गुड मॉर्निंग स्टूडेंट्स। एक्सपोर्ट मैनेजमेंट सबजैक्ट का टॉपिक नंबर 7 प्रभावशाली ਵਪਾਰਕ ਪੱਤਰ ਵਿਹਾਰ ਬਣਾਉਣ ਦੇ ਤਰੀਕੇ ਅੱਜ ਅਸੀਂ ਇਹ ਪੜਾਂਗੇ। ਪ੍ਰਭਾਵਸ਼ਾਲੀ ਪਹਿਲੇ ਤਾਂ ਅਸੀਂ ਇਹ ਸਮਝ ਲਿਆ ਕਿ ਪੱਤਰ ਵਿਹਾਰ ਹੁੰਦਾ ਕੀ ਹੈ। ਪੱਤਰ ਵਿਹਾਰ ਹੈ ਜਦੋਂ ਕੋਈ ਉਦਮੀ ਜਿਸਨੇ ਆਪਣਾ ਕੰਮ ਸ਼ੁਰੂ ਕਰਨਾ ਹੈ ਉਹ ਆਪਣੇ ਉਹਨਾਂ ਕੰਪਨੀਜ਼ ਦੇ ਉਹਨਾਂ ਬੰਦਿਆਂ ਦੇ ਨਾਲ ਜਾਂ ਫਿਰ ਖਰੀਦਦਾਰ ਜਿਹੜੇ ਕਿ ਕੰਪਨੀ ਦੇ ਨਹੀਂ ਹਨ, ਕੰਪਨੀ ਤੋਂ ਬਾਹਰ ਜਿਨ੍ਹਾਂ ਦੇ ਨਾਲ ਵੀ ਉਹ ਆਪਣਾ ਰਾਬਤਾ ਕਾਇਮ ਕਰਦਾ ਹੈ, ਜਿਵੇਂ ਕਿ ਖਰੀਦਦਾਰ ਹੋ ਗਏ, ਵੇਚਦਾਰ ਹੋ ਗਏ, ਜਾਂ ਫਿਰ ਉਹ ਇਨਸਾਨ ਜਾਂ ਫਿਰ ਉਹ ਕੰਪਨੀਆਂ ਜਿਨ੍ਹਾਂ ਦੇ ਨਾਲ ਉਸ ਦਾ ਵਪਾਰ ਦਾ ਕੰਮ ਚੱਲ ਰਿਹਾ ਹੈ, ਉਹਨਾਂ ਦੇ ਨਾਲ ਉਹ ਜਿਹੜੇ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਕਰਦਾ ਹੈ, ਭਾਵ ਸੂਚਨਾ ਦਾ ਆਦਾਨ ਪ੍ਰਦਾਨ ਕਰਦਾ ਹੈ, ਉਸ ਨੂੰ ਅਸੀਂ ਪੱਤਰ ਵਿਹਾਰ ਆਖਦੇ ਹਾਂ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੂਚਨਾ ਦਾ ਜਿਹੜਾ ਪ੍ਰਵਾਹ ਹੈ ਉਹ ਜ਼ਿਆਦਾਤਰ ਈਮੇਲ ਦੇ ਰਾਹੀਂ ਹੁੰਦਾ ਹੈ, ਭਾਵ ਕਿ ਈਮੇਲ ਜਿਹੜਾ ਉਦਮੀ ਹੈ ਉਹ ਈਮੇਲ ਦੇ ਰਾਹੀਂ ਆਪਣੇ ਨਾਲ ਜੁੜੇ ਹੋਏ ਹੋਰ ਉਦਮੀਆਂ ਨੂੰ ਜਾਣਕਾਰੀ ਭੇਜਦਾ ਹੈ ਅਤੇ ਈਮੇਲ ਦੇ ਰਾਹੀਂ ਹੀ ਉਸ ਜਾਣਕਾਰੀ ਦਾ ਜਿਹੜਾ ਜਵਾਬ ਹੈ ਉਹ ਪ੍ਰਾਪਤ ਕਰਦਾ ਹੈ। ਪ੍ਰਭਾਵਸ਼ਾਲੀ ਪੱਤਰ ਵਿਹਾਰ ਹੋਣਾ ਚਾਹੀਦਾ ਹੈ ਅਤੇ ਉਸ ਦੇ ਕਿਹੜੇ ਤਰੀਕੇ ਹਨ ਜਿਸ ਦੇ ਨਾਲ ਪੱਤਰ ਵਿਹਾਰ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ, ਉਹ ਅਸੀਂ ਪੜ੍ਹਾਂਗੇ। ਨੰਬਰ 1 ਹੈ ਸਮਝਣਯੋਗ ਭਾਸ਼ਾ। ਪੱਤਰ ਵਿਹਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਜਿਹੜੀ ਭਾਸ਼ਾ ਹੈ ਜਿਸ ਦੇ ਵਿੱਚ ਪੱਤਰ ਵਿਹਾਰ ਕੀਤਾ ਜਾਂਦਾ ਹੈ, ਜਾਂ ਫਿਰ ਕਹਿ ਲਈਏ ਕਿ ਉਹ ਭਾਸ਼ਾ ਜਿਸ ਦੇ ਵਿੱਚ ਜਾਣਕਾਰੀ ਉਦਮੀ ਦੂਸਰੇ ਉਦਮੀ ਨੂੰ ਭੇਜਦਾ ਹੈ, ਉਹ ਸਮਝਣਯੋਗ ਹੋਣੀ ਚਾਹੀਦੀ ਹੈ। ਅਜਿਹੀ ਭਾਸ਼ਾ ਹੋਣੀ ਚਾਹੀਦੀ ਹੈ ਜਿਹੜੀ ਕਿ ਉਹ ਉਦਮੀ ਜਿਹੜਾ ਕਿ ਪੱਤਰ ਵਿਹਾਰ ਭੇਜ ਰਿਹਾ ਹੈ ਉਹ ਵੀ ਉਸ ਨੂੰ ਸਮਝ ਸਕੇ, ਅਤੇ ਜਿਹੜਾ ਦੂਸਰਾ ਹੈ ਉਦਮੀ ਜਾਂ ਫਿਰ ਦੂਸਰੀ ਪਾਰਟੀ, ਉਹ ਗ੍ਰਾਹਕ ਵੀ ਹੋ ਸਕਦਾ ਹੈ, ਗ੍ਰਾਹਕ ਜਾਂ ਫਿਰ ਦੂਸਰਾ ਉਦਮੀ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਸਕੇ, ਉਸ ਭਾਸ਼ਾ ਦੇ ਨਾਲ ਉਹ ਫੈਮੀਲੀਅਰ ਹੋਵੇ। ਨੰਬਰ 2 'ਤੇ ਹੈ ਪ੍ਰੋਡਕਟ ਦੇ ਬਾਰੇ ਪੂਰੀ ਜਾਣਕਾਰੀ। ਪੱਤਰ ਵਿਹਾਰ ਦੇ ਵਿੱਚ ਜੋ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਪ੍ਰੋਡਕਟ ਦੇ ਬਾਰੇ ਜਾਣਕਾਰੀ ਭਰਪੂਰ ਹੋਣੀ ਚਾਹੀਦੀ ਹੈ, ਭਾਵ ਕਿ ਤਾਂ ਜੋ ਗ੍ਰਾਹਕ ਜਲਦੀ ਉਸ ਜਾਣਕਾਰੀ ਨੂੰ ਸਮਝ ਕੇ ਉਸ ਜਾਣਕਾਰੀ ਦਾ ਜਿਹੜਾ ਫਾਇਦਾ ਹੈ ਉਹ ਲੈ ਸਕੇ। ਨੰਬਰ 3 'ਤੇ ਹੈ ਵਧੀਆ ਸੰਚਾਰ ਢੰਗ। ਸੰਚਾਰ ਦਾ ਜਿਹੜਾ ਢੰਗ ਹੈ ਉਹ ਤੇਜ਼ ਅਤੇ ਵਧੀਆ ਹੋਣਾ ਚਾਹੀਦਾ ਹੈ, ਭਾਵ ਕਿ ਅਜਿਹੇ ਤਰੀਕੇ ਦੇ ਨਾਲ ਜਾਣਕਾਰੀ ਗ੍ਰਾਹਕ ਜਾਂ ਫਿਰ ਦੂਸਰੇ ਉਦਮੀ ਤੱਕ ਭੇਜੀ ਜਾਣੀ ਚਾਹੀਦੀ ਹੈ ਜਿਹੜੀ ਕਿ ਜਲਦੀ ਤੋਂ ਜਲਦੀ ਉਸ ਨੂੰ ਮਿਲ ਸਕੇ। ਨੰਬਰ 4 'ਤੇ ਹੈ ਵਿਸ਼ੇਸ਼ ਛੋਟਾਂ ਦੀ ਜਾਣਕਾਰੀ। ਉਸ ਪੱਤਰ ਵਿਹਾਰ ਜਾਂ ਫਿਰ ਜਾਣਕਾਰੀ ਦੇ ਵਿੱਚ ਅਜਿਹੀਆਂ ਜਾਣਕਾਰੀਆਂ ਦੀ ਭਰਮਾਰ ਹੋਣੀ ਚਾਹੀਦੀ ਹੈ ਜਿਹੜੀਆਂ ਕਿ ਉਦਮੀ ਛੋਟਾਂ ਜਾਂ ਫਿਰ ਡਿਸਕਾਊਂਟ ਦੇ ਰਿਹਾ ਹੈ। ਉਦਾਹਰਨ ਦੇ ਤੌਰ ਉੱਤੇ ਅਸੀਂ ਕਹਿ ਲਈਏ ਕਿ ਜਦੋਂ ਵੀ ਕੋਈ ਉਦਮੀ ਆਪਣੇ ਪ੍ਰੋਡਕਟ ਨੂੰ ਵੇਚਣ ਦੇ ਲਈ ਉਸਨੂੰ ਮਾਰਕੀਟ ਦੇ ਵਿੱਚ ਉਤਾਰਦਾ ਹੈ ਤਾਂ ਉਹ ਟੀਵੀ ਦੇ ਰਾਹੀਂ ਐਡ ਦਿੰਦਾ ਹੈ, ਅਤੇ ਉਸ ਐਡ ਦੇ ਵਿੱਚ ਅਗਰ ਉਸਨੇ ਕੋਈ ਛੋਟ ਦਿੱਤੀ ਹੈ, ਇੱਕ ਦੇ ਨਾਲ ਇੱਕ ਚੀਜ਼ ਫ੍ਰੀ ਹੈ, ਜਾਂ ਫਿਰ 10% ਦਾ ਡਿਸਕਾਊਂਟ ਹੈ, ਜਾਂ ਫਿਰ ਉਸ ਦੀ ਜਿਹੜੀ ਕੁਆਂਟਿਟੀ ਹੈ ਉਹ 10% ਐਕਸਟਰਾ ਦੇ ਰਿਹਾ ਹੈ, ਅਤੇ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਪੱਤਰ ਵਿਹਾਰ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਉਹ ਵਿਸ਼ੇਸ਼ ਛੋਟ ਦੀ ਜਾਣਕਾਰੀ ਗ੍ਰਾਹਕ ਤੱਕ ਜਲਦੀ ਪਹੁੰਚ ਸਕੇ ਅਤੇ ਗ੍ਰਾਹਕ ਉਸ ਦਾ ਲਾਭ ਉਠਾ ਸਕੇ। ਨੰਬਰ 5 'ਤੇ ਹੈ ਤੁਰੰਤ ਜਵਾਬ। ਤੁਰੰਤ ਜਵਾਬ ਤੋਂ ਭਾਵ ਹੈ ਕਿ ਅਗਰ ਕਿਸੇ ਕਿਸਮ ਦੀ ਪੁੱਛ-ਗਿੱਛ ਜਿਹੜੀ ਹੈ ਆਯਾਤਕਰਤਾ ਜਾਂ ਫਿਰ ਨਿਰਯਾਤਕਰਤਾ ਦੁਆਰਾ ਕੀਤੀ ਗਈ ਹੈ ਤਾਂ ਉਸ ਦਾ ਜਿਹੜਾ ਜਵਾਬ ਹੈ ਉਹ ਉਦਮੀ ਨੂੰ ਜਲਦੀ ਦੇ ਦੇਣਾ ਚਾਹੀਦਾ ਹੈ। ਟੌਪਿਕ ਨੰਬਰ 8 ਕੀ ਹੈ? ਟੌਪਿਕ ਨੰਬਰ 8 ਹੈ ਵਿਦੇਸ਼ੀ ਮਾਰਕੀਟ ਦੀ ਚੋਣ ਕਰਨੀ, ਭਾਵ ਕਿ ਜਦੋਂ ਵੀ ਕੋਈ ਉਦਮੀ ਜਿਹੜਾ ਹੈ ਉਹ ਆਪਣੇ ਪ੍ਰੋਡਕਟ ਦੀ ਸੇਲ ਜਿਸ ਦੇਸ਼ ਦੇ ਮਾਰਕੀਟ ਦੇ ਵਿੱਚ ਕਰਨਾ ਚਾਹੁੰਦਾ ਹੈ ਉਸ ਦੀ ਚੋਣ ਕਰਨੀ ਕਿ ਕਿਹੜੇ ਦੇਸ਼ ਦੀ ਮਾਰਕੀਟ ਦੇ ਵਿੱਚ ਉਸਨੇ ਆਪਣੇ ਪ੍ਰੋਡਕਟ ਨੂੰ ਵੇਚਣਾ ਹੈ। ਅਸਲ ਦੇ ਵਿੱਚ ਜਿਹੜੀ ਪ੍ਰੋਡਕਟ ਦੀ ਸੇਲ ਹੈ ਉਹਦਾ ਕੇਂਦਰ ਮਾਰਕੀਟ ਹੀ ਹੁੰਦੀ ਹੈ, ਕਿਉਂਕਿ ਪ੍ਰੋਡਕਟ ਦੀ ਸੇਲ ਦਾ ਜ਼ਿਆਦਾ ਜਾਂ ਫਿਰ ਘੱਟ ਹੋਣਾ ਮਾਰਕੀਟ ਦੀ ਸਥਿਤੀ ਦੇ ਉੱਤੇ ਨਿਰਭਰ ਕਰਦਾ ਹੈ। ਹਰੇਕ ਮਾਰਕੀਟ ਦੇ ਵਿੱਚ ਹਰੇਕ ਪ੍ਰੋਡਕਟ ਦੀ ਜਿਹੜੀ ਸਥਿਤੀ ਹੈ ਉਹ ਵੱਖੋ ਵੱਖਰੀ ਹੁੰਦੀ ਹੈ, ਇਸ ਲਈ ਉਸ ਉਦਮੀ ਨੂੰ ਆਪਣੇ ਪ੍ਰੋਡਕਟ ਦੇ ਹਿਸਾਬ ਦੇ ਨਾਲ ਮਾਰਕੀਟ ਦੀ ਚੋਣ ਕਰ ਲੈਣੀ ਚਾਹੀਦੀ ਹੈ। ਅਜਿਹੀ ਚੋਣ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਉਹ ਵੱਧ ਤੋਂ ਵੱਧ ਪ੍ਰੋਡਕਟਸ ਨੂੰ ਵੇਚ ਕੇ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕੇ। ਹੁਣ ਅਜਿਹੇ ਬਹੁਤ ਸਾਰੇ ਤੱਤ ਹਨ ਜਿਹੜੇ ਕਿ ਮਾਰਕੀਟ ਦੀ ਚੋਣ ਨੂੰ ਇਫੈਕਟ ਕਰਦੇ ਹਨ, ਭਾਵ ਕਿ ਮਾਰਕੀਟ ਦੀ ਚੋਣ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੇ ਤੱਤ ਹਨ। ਨੰਬਰ 1 'ਤੇ ਹੈ ਮੰਗ।
ਇਹ ਨਾਮ ਤੋਂ ਹੀ ਜਿਵੇਂ ਪਤਾ ਚੱਲਦਾ ਹੈ ਕਿ ਮੰਗ ਕੀ ਹੈ, ਕਿਸੇ ਵੀ ਵਸਤੂ ਦੀ ਗ੍ਰਾਹਕਾਂ ਦੇ ਦੁਆਰਾ ਜਿਹੜੀ ਕੀਤੀ ਗਈ ਡਿਮਾਂਡ ਜਾਂ ਫਿਰ ਗ੍ਰਾਹਕਾਂ ਦੇ ਵਿੱਚ ਕਿੰਨੀ ਉਤਸੁਕਤਾ ਹੈ ਉਸ ਪ੍ਰੋਡਕਟ ਨੂੰ ਖਰੀਦਣ ਦੀ, ਇਸ ਨੂੰ ਅਸੀਂ ਮੰਗ ਆਖਦੇ ਹਾਂ। ਮੰਗ ਕਿਸੇ ਵੀ ਪ੍ਰੋਡਕਟ ਜਾਂ ਫਿਰ ਸੇਵਾ ਦੀ ਅਜਿਹੀ ਮਾਤਰਾ ਹੁੰਦੀ ਹੈ ਜੋ ਗ੍ਰਾਹਕ ਕਿਸੇ ਦਿੱਤੇ ਹੋਏ ਪੀਰੀਅਡ ਦੌਰਾਨ ਨਿਰਧਾਰਿਤ ਕੀਤੇ ਹੋਏ ਮੁੱਲ 'ਤੇ ਖਰੀਦਣ ਦੇ ਲਈ ਇੱਛੁਕ ਹੁੰਦੇ ਹਨ। ਇੱਕ ਪ੍ਰੋਡਕਟ ਦੀ ਮੰਗ ਹੀ ਇਹਦੀ ਸੇਲ ਦੀ ਮਾਤਰਾ ਨਿਰਧਾਰਿਤ ਕਰਦੀ ਹੈ। ਅਗਰ ਕਿਸੇ ਪ੍ਰੋਡਕਟ ਦੀ ਮੰਗ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਫਿਰ ਉਸ ਹਿਸਾਬ ਦੇ ਨਾਲ ਉਦਮੀ ਉਸ ਦਾ ਜਿਹੜਾ ਉਤਪਾਦਨ ਹੈ ਉਹ ਜ਼ਿਆਦਾ ਕਰ ਦਿੰਦਾ ਹੈ ਅਤੇ ਉਸ ਹਿਸਾਬ ਦੇ ਨਾਲ ਉਸ ਦੀ ਜਿਹੜੀ ਸੇਲ ਹੈ ਉਹ ਵੱਧ ਜਾਂਦੀ ਹੈ ਅਤੇ ਉਦਮੀ ਉਸ ਤੋਂ ਲਾਭ ਕਮਾਉਂਦਾ ਹੈ। ਇਸ ਲਈ ਉਦਮੀ ਨੂੰ ਮਾਰਕੀਟ ਦੀ ਚੋਣ ਕਰਦੇ ਸਮੇਂ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਪ੍ਰੋਡਕਟ ਉਹ ਬਣਾ ਰਿਹਾ ਹੈ ਉਸ ਪ੍ਰੋਡਕਟ ਦੀ ਮੰਗ ਜਿਹੜੀ ਹੈ ਉਹ ਜ਼ਿਆਦਾ ਹੋਵੇ, ਤਾਂ ਜੋ ਉਹ ਪ੍ਰੋਡਕਟ ਨੂੰ ਵੇਚ ਕੇ ਵੱਧ ਤੋਂ ਵੱਧ ਵਰਤਮਾਨ ਸਮੇਂ ਦੇ ਵਿੱਚ ਉਤਪਾਦਨ ਉਸ ਦਾ ਵੱਧ ਤੋਂ ਵੱਧ ਕਰਕੇ ਵੱਧ ਤੋਂ ਵੱਧ ਲਾਭ ਕਮਾ ਸਕੇ। ਨੰਬਰ 2 'ਤੇ ਹੈ ਮੁਕਾਬਲਾ। ਮੁਕਾਬਲਾ ਕੀ ਹੈ? ਮੁਕਾਬਲਾ ਹੈ ਉਸ ਸੇਮ ਪ੍ਰੋਡਕਟ ਦਾ ਕਿਸੇ ਦੂਸਰੇ ਉਦਮੀ ਦੇ ਪ੍ਰੋਡਕਟ ਦੇ ਨਾਲ, ਅਸੀਂ ਕਹਿ ਲਈਏ ਕਿਸੇ ਦੂਸਰੇ ਉਦਮੀ ਦੇ ਪ੍ਰੋਡਕਟ ਦੇ ਨਾਲ ਜਿਹੜਾ ਉਸਦਾ ਕੰਪੀਟੀਸ਼ਨ ਹੈ ਉਸ ਨੂੰ ਅਸੀਂ ਮੁਕਾਬਲਾ ਆਖਦੇ ਹਾਂ। ਮਾਰਕੀਟ ਦੀ ਚੋਣ ਕਰਨ ਸਮੇਂ ਮਾਰਕੀਟ ਦੇ ਵਿੱਚ ਪ੍ਰੋਡਕਟ ਦੀ ਸੇਲ ਦੇ ਵਿੱਚ ਮੁਕਾਬਲੇ ਦੀ ਸਥਿਤੀ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਭਾਵ ਕਿ ਉਦਮੀ ਜਿਹੜਾ ਵੀ ਪ੍ਰੋਡਕਟ ਨੂੰ ਵੇਚ ਰਿਹਾ ਹੈ ਉਸ ਨੂੰ ਇਹ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਕਿ ਉਸ ਵਰਗਾ ਪ੍ਰੋਡਕਟ ਹੋਰ ਕਿੰਨੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਵੇਚ ਰਹੀਆਂ ਹਨ। ਭਾਵ ਕਿ ਉਸ ਦੇ ਉਤਪਾਦਨ ਕੀਤੇ ਗਏ ਪ੍ਰੋਡਕਟ ਦਾ ਮੁਕਾਬਲਾ ਕਿੰਨੇ ਹੋਰ ਕੰਪਨੀਆਂ ਦੇ ਪ੍ਰੋਡਕਟਾਂ ਦੇ ਨਾਲ ਹੋਣਾ ਹੈ ਅਤੇ ਉਸ ਨੂੰ ਆਪਣੇ ਪ੍ਰੋਡਕਟ ਦੇ ਵਿੱਚ ਅਜਿਹੇ ਗੁਣ ਜਾਂ ਫਿਰ ਫੀਚਰਸ ਜਿਹੜੇ ਆ ਉਹ ਐਡ ਕਰ ਲੈਣੇ ਚਾਹੀਦੇ ਹਨ ਤਾਂ ਜੋ ਉਹ ਦੂਸਰੀਆਂ ਕੰਪਨੀਆਂ ਦੇ ਪ੍ਰੋਡਕਟਾਂ ਨੂੰ ਮਾਤ ਦੇ ਕੇ ਆਪਣੇ ਕੰਪਨੀ ਦੇ ਪ੍ਰੋਡਕਟ ਨੂੰ ਮੁਕਾਬਲੇ ਦੇ ਵਿੱਚ ਉੱਚਾ ਲਿਜਾ ਸਕੇ ਅਤੇ ਉਸ ਦੇ ਪ੍ਰੋਡਕਟ ਦੀ ਜਿਹੜੀ ਮੰਗ ਹੈ ਉਹ ਮਾਰਕੀਟ ਦੇ ਵਿੱਚ ਵੱਧ ਸਕੇ ਅਤੇ ਉਹ ਉਸ ਪ੍ਰੋਡਕਟ ਨੂੰ ਵੇਚ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੇ। ਨੰਬਰ 3 'ਤੇ ਹੈ ਆਕਾਰ। ਆਕਾਰ ਕੀ ਹੈ? ਆਕਾਰ ਹੁੰਦਾ ਹੈ ਮਾਰਕੀਟ ਦਾ ਉਹ ਹਿੱਸਾ ਜਿਸ ਨੂੰ ਉਦਮੀ ਦੇ ਪ੍ਰੋਡਕਟ ਨੇ ਕਵਰ ਕੀਤਾ ਹੁੰਦਾ ਹੈ, ਉਸ ਨੂੰ ਅਸੀਂ ਮਾਰਕੀਟ ਦਾ ਆਕਾਰ ਆਖਦੇ ਹਾਂ। ਭਾਵ ਕਿ ਮਾਰਕੀਟ ਦੇ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਉਸ ਉਦਮੀ ਦੇ ਪ੍ਰੋਡਕਟ ਨੂੰ ਖਰੀਦਦੇ ਹਨ। ਅਗਰ 35% ਲੋਕ ਉਸ ਦੇ ਪ੍ਰੋਡਕਟ ਨੂੰ ਖਰੀਦਦੇ ਹਨ ਅਤੇ ਉਸ ਦੇ ਮਾਰਕੀਟ ਦਾ ਜਿਹੜਾ ਆਕਾਰ ਹੈ ਉਹ 35% ਹੋ ਜਾਂਦਾ ਹੈ। ਇਸ ਲਈ ਉਸ ਨੂੰ ਮਾਰਕੀਟ ਦੀ ਚੋਣ ਕਰਦੇ ਸਮੇਂ ਇਹ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਕਿ ਉਸ ਦੀ ਮਾਰਕੀਟ ਦਾ ਆਕਾਰ ਕਿੰਨਾ ਕੁ ਵੱਡਾ ਹੋਵੇਗਾ। ਭਾਵ ਕਿ ਕਿੰਨੇ ਕੁ ਜਿਹੜੇ ਗ੍ਰਾਹਕ ਹਨ ਉਸ ਦੇ ਪ੍ਰੋਡਕਟ ਨੂੰ ਖਰੀਦਣਗੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਗ੍ਰਾਹਕ ਹਨ ਉਸ ਦੇ ਪ੍ਰੋਡਕਟ ਨੂੰ ਖਰੀਦਣ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕੇ। ਨੰਬਰ 4 'ਤੇ ਹੈ ਮਾਰਕੀਟ ਦੀ ਸਥਿਤੀ। ਮਾਰਕੀਟ ਦੀ ਚੋਣ ਸਮੇਂ ਮਾਰਕੀਟ ਦੀ ਸਥਿਤੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣਾ ਬਹੁਤ ਜ਼ਰੂਰੀ ਹੈ। ਮਾਰਕੀਟ ਦੀ ਸਥਿਤੀ ਦਾ ਉੱਚਾ ਜਾਂ ਫਿਰ ਨੀਵਾਂ ਹੋਣਾ ਇਸ ਚੀਜ਼ ਨੂੰ ਬਹੁਤ ਮਾਰਕੀਟ ਦੀ ਚੋਣ ਨੂੰ ਬਹੁਤ ਇਫੈਕਟ ਕਰਦਾ ਹੈ। ਮਾਰਕੀਟ ਦੇ ਵਿੱਚ ਕਿਸੇ ਪ੍ਰਕਾਰ ਦੇ ਬਦਲਾਅ ਦਾ ਆਉਣਾ ਇਸ ਪੜਾਅ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਪੜਾਅ ਦੇ ਵਿੱਚ ਕੰਪਨੀ ਇਹ ਡਾਟਾ ਇਕੱਠਾ ਕਰ ਲੈਂਦੀ ਹੈ ਕਿ ਮਾਰਕੀਟ ਦੇ ਵਿੱਚ ਕੋਈ ਪ੍ਰੋਡਕਟ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਉਸ ਪ੍ਰੋਡਕਟ ਦੇ ਸਪਲਾਈ ਕਰਤਾ ਕਿਹੜੇ ਹਨ। ਇਸ ਕੰਮ ਲਈ ਕੰਪਨੀ ਵਿੱਚ ਨਿਰਧਾਰਿਤ ਪੀਰੀਅਡ ਦੌਰਾਨ ਮਾਰਕੀਟ ਦੇ ਵਿੱਚ ਕਿੰਨੇ ਪ੍ਰੋਡਕਟ ਦੀ ਵੇਚ ਦੇ ਉਤਾਰ ਚੜਾਅ ਦਾ ਡਾਟਾ ਪ੍ਰਾਪਤ ਕਰ ਲਿਆ ਜਾਂਦਾ ਹੈ। ਭਾਵ ਕਿ ਮਾਰਕੀਟ ਦੀ ਸਥਿਤੀ ਤੋਂ ਅਸੀਂ ਸਹੀ ਸ਼ਬਦਾਂ ਦੇ ਵਿੱਚ ਜਾਂ ਫਿਰ ਸਿੰਪਲ ਸ਼ਬਦਾਂ ਦੇ ਵਿੱਚ ਕਹਿ ਲਈਏ ਕਿ ਮਾਰਕੀਟ ਦੀ ਸਥਿਤੀ ਤੋਂ ਭਾਵ ਇਹ ਹੈ ਕਿ ਉਸ ਜਿਹੜਾ ਪ੍ਰੋਡਕਟ ਹੈ ਉਸ ਪ੍ਰੋਡਕਟ ਦੇ ਨਾਲ ਰਲਦੇ ਮਿਲਦੇ ਪ੍ਰੋਡਕਟ ਜਿਹੜੇ ਆ ਮਾਰਕੀਟ ਦੇ ਵਿੱਚ ਹਨ ਅਤੇ ਉਹ ਲੋਕ ਉਹਨਾਂ ਪ੍ਰੋਡਕਟਾਂ ਨੂੰ ਕਿੰਨਾ ਕੁ ਖਰੀਦਦੇ ਹਨ। ਭਾਵ ਕਿ ਇੱਦਾਂ ਨਾ ਹੋਵੇ ਕਿ ਅਸੀਂ ਕੋਈ ਉਦਮੀ ਜਿਹੜਾ ਆ ਉਹ ਵੂਲਨ ਕੱਪੜੇ ਬਣਾ ਰਿਹਾ ਹੈ ਪਰ ਉੱਥੇ ਮੌਸਮ ਤਾਂ ਠੰਡ ਦਾ ਹੈ ਪਰ ਵੂਲਨ ਕੱਪੜੇ ਖਰੀਦਣ ਦੀ ਜਗ੍ਹਾ 'ਤੇ ਉੱਥੋਂ ਦੇ ਜਿਹੜੇ ਲੋਕ ਹਨ ਉਹ ਲੈਦਰ ਦੇ ਬਣੇ ਹੋਏ ਕੱਪੜਿਆਂ ਨੂੰ ਜ਼ਿਆਦਾ ਪਸੰਦ ਕਰਦੇ ਆ ਅਤੇ ਉਹ ਵੂਲਨ ਦੇ ਕੱਪੜਿਆਂ ਦੀ ਜਿਹੜੀ ਮਾਰਕੀਟ ਹੈ ਉਹ ਡਾਊਨ ਹੋਵੇ, ਉਹ ਉੱਚੀ ਨਾ ਹੋਵੇ।
ਠੀਕ ਆ। ਅਗਰ ਮਾਰਕੀਟ ਜਿਹੜੀ ਉੱਚੀ ਹੋਊਗੀ ਤਾਂ ਫਿਰ ਹੀ ਜਿਹੜਾ ਉਦਮੀ ਹੈ ਉਸ ਦੇ ਪ੍ਰੋਡਕਟ ਜਿਹੜੇ ਆ ਉਹ ਜ਼ਿਆਦਾ ਵਿਕਣਗੇ ਅਤੇ ਫਿਰ ਹੀ ਉਹ ਜ਼ਿਆਦਾ ਲਾਭ ਕਮਾ ਸਕੇਗਾ। ਇਸ ਨੂੰ ਹੀ ਅਸੀਂ ਕੰਪਨੀ ਮਾਰਕੀਟ ਦਾ ਵਧਾ ਅਤੇ ਮਾਰਕੀਟ ਦਾ ਘਟਾ ਜਾਂ ਫਿਰ ਮਾਰਕੀਟ ਦਾ ਚੜ੍ਹਨਾ ਜਾਂ ਫਿਰ ਮਾਰਕੀਟ ਦਾ ਉਤਰਨਾ ਆਖਦੇ ਹਾਂ। ਅਤੇ ਇਹ ਚੀਜ਼ ਜਿਹੜੀ ਆ ਉਹ ਮਾਰਕੀਟ ਦੇ ਚੋਣ ਨੂੰ ਬਹੁਤ ਇਫੈਕਟ ਕਰਦੀ ਹੈ। ਨੰਬਰ 5 'ਤੇ ਹੈ ਮਾਰਕੀਟ ਵਾਧਾ ਦਰ। ਮਾਰਕੀਟ ਦੀ ਵਾਧਾ ਦਰ ਪ੍ਰਤੱਖ ਰੂਪ ਦੇ ਵਿੱਚ ਪ੍ਰੋਡਕਟ ਦੀ ਸੇਲ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਪੜਾਅ ਦੇ ਵਿੱਚ ਮਾਰਕੀਟ ਦੇ ਵਿੱਚ ਹੋ ਰਹੇ ਵਾਧੇ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਜਾਂਦੀ ਹੈ। ਭਾਵ ਕਿ ਪਿਛਲੇ ਸਮੇਂ ਦੇ ਵਿੱਚ ਉਸ ਪ੍ਰੋਡਕਟ ਨੂੰ ਖਰੀਦਣ ਵਾਲੇ ਕਿੰਨੇ ਲੋਕ ਸੀ ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਕਿੰਨਾ ਵਾਧਾ ਹੋਇਆ ਹੈ। ਅਗਰ ਪਿਛਲੇ ਸਾਲ ਦੇ ਵਿੱਚ ਕਿਸੇ ਇੱਕ ਪ੍ਰੋਡਕਟ ਨੂੰ ਖਰੀਦਣ ਵਾਲੇ ਜਿਹੜੇ ਲੋਕ ਹਨ ਉਹ 30% ਸਨ ਅਤੇ ਇੱਕ ਸਾਲ ਦੇ ਵਿੱਚ ਉਹਨਾਂ ਦੇ ਵਿੱਚ ਕਿੰਨਾ ਵਾਧਾ ਹੋਇਆ ਹੈ। ਅਗਰ 50% ਹੋ ਗਿਆ ਤਾਂ ਇਹਦਾ ਮਤਲਬ ਕਿ 20% ਦਾ ਜਿਹੜਾ ਵਾਧਾ ਹੈ ਉਹ ਮਾਰਕੀਟ ਦੇ ਵਿੱਚ ਹੋਇਆ ਹੈ। ਇਸ ਨੂੰ ਅਸੀਂ ਮਾਰਕੀਟ ਦੀ ਗਰੋਥ ਰੇਟ ਆਖਦੇ ਹਾਂ। ਨੰਬਰ 6 'ਤੇ ਹੈ ਮਾਰਕੀਟ ਦੇ ਵਿੱਚ ਰੁਝਾਨ। ਮਾਰਕੀਟ ਵਿੱਚ ਰੁਝਾਨ ਤੋਂ ਭਾਵ ਹੈ ਕਿ ਮਾਰਕੀਟ ਦੇ ਵਿੱਚ ਸਮੇਂ-ਸਮੇਂ 'ਤੇ ਪਰਿਵਰਤਨ ਆਉਂਦੇ ਰਹਿੰਦੇ ਹਨ। ਕਿਸੇ ਸਮੇਂ 'ਤੇ ਕਿਸੇ ਪ੍ਰੋਡਕਟ ਦੀ ਮੰਗ ਜ਼ਿਆਦਾ ਹੁੰਦੀ ਹੈ ਅਤੇ ਕਿਸੇ ਦੂਸਰੇ ਸਮੇਂ ਉੱਤੇ ਪ੍ਰੋਡਕਟ ਦੀ ਮੰਗ ਜਿਹੜੀ ਉਹ ਘੱਟਦੀ ਰਹਿੰਦੀ ਹੈ। ਇਹ ਜਿਹੜੀ ਮਾਰਕੀਟ ਦੇ ਵਿੱਚ ਰੁਝਾਨ ਹੈ ਇਹ ਵਾਤਾਵਰਨਿਕ ਹੋ ਸਕਦਾ ਹੈ, ਸਮਾਜਿਕ ਹੋ ਸਕਦਾ ਹੈ, ਆਰਥਿਕ ਹੋ ਸਕਦਾ ਹੈ, ਰਾਜਨੀਤਿਕ ਹੋ ਸਕਦਾ ਹੈ। ਇਹ ਜਿਹੜੇ ਸਭ ਫੈਕਟਰ ਹਨ ਇਹ ਮਾਰਕੀਟ ਦੇ ਰੁਝਾਨ ਨੂੰ ਇਫੈਕਟ ਕਰਦੇ ਹਨ। ਜਿਵੇਂ ਅਸੀਂ ਕਹਿ ਲਈਏ ਕਿ ਅਸੀਂ ਕਹਿ ਲਈਏ ਕਿ ਰਾਜਨੀਤਿਕ ਫੈਕਟਰ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਮਾਰਕੀਟ ਦੇ ਵਿੱਚ ਉੱਥੇ ਦੀ ਅਸੀਂ ਕਹਿ ਲਈਏ ਕਿ ਦੇਸ਼ ਦੇ ਵਿੱਚ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਆਉਣ ਦੇ ਨਾਲ ਉੱਥੋਂ ਦੇ ਜਿਹੜੇ ਵਿਕਣ ਵਾਲੇ ਪ੍ਰੋਡਕਟ ਹਨ ਉਹਨਾਂ ਦੇ ਉੱਤੇ ਅਸਰ ਪੈਂਦਾ ਹੈ, ਕਿਉਂਕਿ ਉਹ ਜਿਹੜੀ ਰਾਜਨੀਤਿਕ ਪਾਰਟੀ ਹੈ ਉੱਥੋਂ ਦੇ ਪ੍ਰੋਡਕਟ ਨੂੰ ਜ਼ਿਆਦਾ ਪ੍ਰਫੁੱਲਿਤ ਕਰ ਰਹੀ ਹੈ। ਠੀਕ ਹੈ, ਅਤੇ ਅਗਰ ਉਹ ਜ਼ਿਆਦਾ ਉੱਥੋਂ ਦੇ ਉਹਨਾਂ ਪ੍ਰੋਡਕਟਸ ਨੂੰ ਪ੍ਰਫੁੱਲਿਤ ਕਰ ਰਹੀ ਹੈ ਤਾਂ ਫਿਰ ਲੋਕ ਜਿਹੜੇ ਹਨ ਉਹ ਉਹਨਾਂ ਪ੍ਰੋਡਕਟਸ ਦੇ ਵੱਲ ਜਿਹਨੂੰ ਜ਼ਿਆਦਾ ਇਨਕਰੇਜ ਉੱਥੋਂ ਦੀ ਰਾਜਨੀਤਿਕ ਪਾਰਟੀ ਕਰ ਰਹੀ ਹੈ, ਲੋਕ ਉਹ ਪ੍ਰੋਡਕਟ ਜਿਹੜੇ ਉਹ ਜ਼ਿਆਦਾ ਖਰੀਦਣਗੇ ਅਤੇ ਇਹ ਮਾਰਕੀਟ ਦੇ ਰੁਝਾਨ ਹੁੰਦੇ ਹਨ। ਇਹ ਸੀ ਵਿਦੇਸ਼ੀ ਮਾਰਕੀਟ ਦੀ ਚੋਣ ਕਰਦੇ ਸਮੇਂ ਜਿਹੜੇ ਤੱਤ ਪ੍ਰਭਾਵਿਤ ਕਰਦੇ ਹਨ ਜਾਂ ਫਿਰ ਜਿਨ੍ਹਾਂ ਤੱਤਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇਹਨਾਂ ਦੋਨੋਂ ਟੌਪਿਕਸ ਦੇ ਵਿੱਚ ਅਗਰ ਕੁਝ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹਾਂ। ਥੈਂਕ ਯੂ।